ਕਾਰਪੋਰੇਟ ਦੀ ਰਾਜਨੀਤੀ ਜਾਂ ਰਾਜਨੀਤੀ ਦਾ ਕਾਰਪੋਰੇਟ। ਇਸ ਦੇ ਸਭ ਤੋਂ ਵੱਧ ਰੌਲਾ ਇਹ ਪੈਂਦਾ ਹੈ ਕਿ ਰਾਜਨੀਤੀ ਨੂੰ ਕਾਰਪੋਰੇਟ ਚਲਾਉਂਦਾ ਹੈ। ਅੰਬਾਨੀ ਦੀ ਕੰਪਨੀ 'ਚ ਕੰਮ ਕੀਤਾ ਤੁਸੀਂ, ਅੰਬਾਨੀ ਦੇ ਨਾਲ ਕਾਫੀ ਲੰਬਾ ਸਮਾਂ ਕੰਮ ਕੀਤਾ। ਤੁਸੀਂ ਕਾਰਪੋਰੇਟ 'ਚ ਰਹੇ ਹੋ ਇੰਨਾ ਲੰਬਾ ਸਮਾਂ, 18 ਸਾਲ ਰਹੇ ਹੋਗੇ ਸ਼ਾਇਦ। ਜੀ ਹੁਣ ਰਾਜਨੀਤੀ 'ਚ ਕੀ ਫਰਕ ਹੁੰਦਾ ਕਾਰਪੋਰੇਟ ਤੇ ਰਾਜਨੀਤੀ 'ਚ? एक सपना सी कि नहीं मेरा पठानकोट भी उस तरीके का क्यों नहीं हो सकता। ਕੀ ਤੁਹਾਨੂੰ ਲੱਗਦਾ ਕਾਰਪੋਰੇਟ ਨੂੰ ਵੀ ਜਿਹੜਾ ਜਿਵੇਂ ਜੁੜਨਾ ਚਾਹੀਦਾ ਦੇਸ਼ ਨਾਲ, ਜਿਹੜਾ ਇਸੇ ਕਰਕੇ ਕਾਰਪੋਰੇਟ ਪ੍ਰਤੀ ਆਪਾਂ ਕਿਸਾਨ ਅੰਦੋਲਨ 'ਚ ਦੇਖਿਆ ਸਭ ਤੋਂ ਜ਼ਿਆਦਾ ਵਿਰੋਧ ਕਾਰਪੋਰੇਟ ਦਾ ਹੋ ਰਿਹਾ ਸੀਗਾ। ਸੀਐਮ ਚੰਨੀ ਬਾਰੇ ਤੇ ਸਿੱਧੂ ਬਾਰੇ, ਜਾਖੜ ਬਾਰੇ ਚਰਚਾ ਚੱਲਦੀ ਹੈ, ਕੌਣ ਹੋਵੇ ਕਾਂਗਰਸ ਦਾ ਚਿਹਰਾ, ਤਾਂ ਤੁਹਾਨੂੰ ਕੀ ਲੱਗਦਾ? ਬੀਜੇਪੀ ਪ੍ਰਧਾਨ ਮੰਤਰੀ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪੇਸ਼ ਕਰਦੀ ਹੈ। धर्म रिलीजन से किसी को डिवाइड करेगा वो पाकिस्तान बन जाएगा, वो अफगानिस्तान बन जाएगा। तुसी पाकिस्तान की हालत देखो जाके कीजिए, तुसी अफगानिस्तान की हालत देखो जाके कीजिए। आम आदमी पार्टी में भी बिल्कुल समझ नहीं है। पहले तो 4.5 साल तुसी टोटली गायब रहे पंजाब तो, कोई ऑपोजिशन नहीं, कोई डिस्कशन नहीं। कोरोना आया कोई लीडर नहीं लभ्या जी। तुसी हज़ार कर दो, तुसी दिल्ली दिता, ਤੁਸੀਂ ਦਿੱਲੀ ਦਿੱਤਾ ਨਹੀਂ, 7 ਸਾਲ ਤੋਂ ਤੁਸੀਂ ਉੱਥੇ ਹੋ, ਦਿੱਲੀ ਦਿੱਤਾ ਨਹੀਂ ਤੇ ਇੱਥੇ ਕਿਸ ਤਰ੍ਹਾਂ ਕਰ ਰਹੇ ਹੋ? ਤੁਸੀਂ ਕਹਿੰਦੇ ਤੁਸੀਂ ਇੰਨਾ ਕੰਮ ਕੀਤਾ, ਫਿਰ ਵੀ ਐ ਕਿਉਂ ਸੀਗਾ ਕਿ ਤੁਹਾਡੀ ਟਿਕਟ ਦਾ ਵਿਰੋਧ ਬਹੁਤ ਸਾਰੇ ਇੱਥੇ ਤੁਹਾਡੇ ਜਿਹੜੇ ਵਿਰੋਧੀ ਹੁੰਦੀ ਨੇ ਹਰ ਥਾਂ ਦੇ ਉੱਤੇ, ਪਰ ਤੁਹਾਡਾ ਵੀ ਬੜਾ ਵੀ ਅਮਿਤ ਵਿਜ ਨੂੰ ਟਿਕਟ ਨਾ ਮਿਲ ਜੇ। ਕਿਹਦੀ ਟਿਕਟ ਮੰਗ ਰਹੇ ਕਾਂਗਰਸ, ਕਿਸੇ ਹੋਰ ਪਾਰਟੀ ਦੀ ਤੇ ਨਹੀਂ ਮੰਗ ਰਹੇ। ਮੇਰੇ ਤੋਂ ਬੜੇ ਲੋਕ ਨਾਰਾਜ਼ ਵੀ ਨੇ। ਮੈਂ ਇਲੀਗਲ ਮਾਈਨਿੰਗ ਨਹੀਂ ਹੋਣ ਦਿੰਦਾ ਜੀ, ਇਸ ਕਰਕੇ ਕਈ ਲੋਕ ਮੈਨੂੰ ਛੱਡ ਕੇ ਵੀ ਗਏ ਨੇ। ਇੱਕ ਦੋ ਲੋਕ ਜਿਹੜੇ ਮੇਰੇ ਪਾਰਟੀ ਦੇ ਸੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕਾਰਪੋਰੇਟ ਦੀ ਰਾਜਨੀਤੀ ਜਾਂ ਰਾਜਨੀਤੀ ਦਾ ਕਾਰਪੋਰੇਟ। ਇਸ ਦੇ ਸਭ ਤੋਂ ਵੱਧ ਰੌਲਾ ਇਹ ਪੈਂਦਾ ਹੈ ਕਿ ਰਾਜਨੀਤੀ ਨੂੰ ਕਾਰਪੋਰੇਟ ਚਲਾਉਂਦਾ ਹੈ। ਕਰੋਨੀ ਕੈਪੀਟਲ ਰਾਜਨੀਤੀ ਨੂੰ ਚਲਾਉਂਦੀ ਹੈ। ਕਰੋਨੀ ਕੈਪੀਟਲਿਜ਼ਮ ਸ਼ਬਦ ਵੀ ਆਇਆ। ਕਾਰਪੋਰੇਟ ਚੋਂ ਬਹੁਤ ਸਾਰੇ ਲੋਕ ਰਾਜਨੀਤੀ ਚਾਹੁੰਦੇ ਨੇ। ਪੰਜਾਬ ਦੀ ਰਾਜਨੀਤੀ 'ਚ ਅਮਿਤ ਵਿਜ ਨੇ ਜਿਹੜੇ ਪਠਾਨਕੋਟ ਤੋਂ ਐਮਐਲਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਾਰਪੋਰੇਟ ਤੇ ਰਾਜਨੀਤੀ ਦਾ ਰਿਸ਼ਤਾ ਕਿਹਾ ਜਾ ਔਰ ਪਠਾਨਕੋਟ 'ਚ ਉਹਨਾਂ ਨੇ ਕੀ ਬਦਲਿਆ। ਉਹਨਾਂ ਤੇ ਬਹੁਤ ਸਾਰੇ ਇਲਜ਼ਾਮ ਵੀ ਲੱਗੇ। ਆਉਣ ਵਾਲੇ ਦਿਨਾਂ 'ਚ ਉਹ ਸੀਟ ਜਿੱਤ ਰਹੇ ਨੇ। ਮਾਹੌਲ ਕੀ ਆ ਪਠਾਨਕੋਟ ਦਾ? ਸਵਾਗਤ ਕਰਦੇ ਆ ਉਹਨਾਂ ਦਾ। ਸਵਾਗਤ ਹੈ। ਨਮਸਕਾਰ ਜੀ, ਥੈਂਕ ਯੂ ਜੀ, ਥੈਂਕ ਯੂ ਯਾਦਵਿੰਦਰ ਜੀ। ਸਭ ਤੋਂ ਪਹਿਲਾਂ ਮੈਂ ਇੱਥੇ ਸ਼ੁਰੂਆਤ ਕਰਦਾ। ਜਿਹੜਾ ਮੈਂ ਕਿਹਾ ਤੁਸੀਂ ਕਾਰਪੋਰੇਟ 'ਚ ਰਹੇ ਹੋ ਇੰਨਾ ਲੰਮਾ ਸਮਾਂ, 18 ਸਾਲ ਰਹੇ ਹੋਗੇ ਸ਼ਾਇਦ। ਜੀ ਹੁਣ ਰਾਜਨੀਤੀ 'ਚ ਕੀ ਫਰਕ ਹੁੰਦਾ ਕਾਰਪੋਰੇਟ ਤੇ ਰਾਜਨੀਤੀ 'ਚ? ਮੈਂ ਕਾਰਪੋਰੇਟ ਤੇ ਇੱਕ ਕੰਪਨੀ ਹੈ ਜੀ, ਮਲਟੀਨੈਸ਼ਨਲ ਕੰਪਨੀਆਂ 'ਚ ਅਸੀਂ ਕੰਮ ਕੀਤੇ ਰਹੇ। ਉਹਦੇ ਵਿੱਚ ਟੈਲੀਕਾਮ ਪ੍ਰੋਜੈਕਟ, ਇੰਡਸਟਰੀਅਲ ਪ੍ਰੋਜੈਕਟ ਔਰ ਗੈਸ ਐਕਸਪਲੋਰੇਸ਼ਨ, ਰਿਫਾਈਨਰੀਜ਼, ਲਾਈਫ ਸਾਇੰਸਿਸ, ਰਿਟੇਲ, ਇਹ ਸਾਰੇ ਪ੍ਰੋਜੈਕਟਾਂ 'ਚ ਅਸੀਂ ਕੰਮ ਕੀਤੇ ਰਹੇ। ਔਰ ਉਹਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਸੀ। ਪ੍ਰੋਜੈਕਟ ਲਗਾ ਸਕੇ, ਦੇਸ਼ ਵਿਦੇਸ਼ ਘੁੰਮ ਸਕੇ, ਲੋਕਾਂ ਨੂੰ ਸਮਝ ਸਕੇ, ਜੌਬਸ ਕ੍ਰੀਏਟ ਕਰ ਸਕੇ ਔਰ ਇੱਕ ਕਿਸ ਤਰੀਕੇ ਨਾਲ ਇੱਕ ਏਰੀਆ ਡਿਵੈਲਪ ਕੀਤਾ ਜਾ ਸਕਦਾ ਹੈ। ਔਰ ਕਿਸ ਆਪਣੇ ਸਾਹਮਣੇ ਗੁਰਗਾਉਂ ਬੰਦੇ ਦੇਖਿਆ, ਆਪਣੇ ਸਾਹਮਣੇ ਗੁਰਗਾਉਂ ਦੀ ਗਰੋਥ ਹੁੰਦੇ ਦੇਖੀ ਔਰ ਬੜੇ ਇਹੋ ਜਿਹੇ ਏਰੀਆਜ਼ ਅਸੀਂ ਦੇਖੇ ਤੇ ਉਹ ਇੱਕ ਬੜਾ ਵਧੀਆ ਐਕਸਪੀਰੀਅੰਸ ਲਿਆ। ਫਿਰ ਪੋਲਿਟਿਕਸ 'ਚ ਮੇਰੇ ਫਾਦਰ ਸਾਹਿਬ ਦੀ ਕਰਕੇ ਆਏ। ਮੇਰੇ ਫਾਦਰ 55 ਸਾਲ ਦੀ 55 ਸਾਲ ਉਹਨਾਂ ਨੇ ਕਾਂਗਰਸ ਨੂੰ ਦਿੱਤੇ। ਪਿਛਲੇ ਲਾਸਟ ਈਅਰ ਉਹਨਾਂ ਦੀ ਡੈਥ ਹੋ ਗਈ। ਜਦੋਂ ਮੈਂ ਆਇਆ ਉਹ ਡਿਸਟ੍ਰਿਕਟ ਪ੍ਰਧਾਨ ਰਹੇ ਨੇ, ਸਾਡੇ ਪਠਾਨਕੋਟ ਦੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਰਹੇ ਨੇ ਔਰ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਨੇ। ਔਰ ਉਹੀ ਮੈਨੂੰ ਲੈ ਕੇ ਆਏ ਸੀ ਕਿ ਬਹੁਤ ਕੰਮ ਕਰ ਲਿਆ, ਹੁਣ ਆਪਣੇ ਸ਼ਹਿਰ ਵਾਸਤੇ ਕੁਝ ਕਰੀਏ। ਤੇ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਸਭ ਤੋਂ ਪਹਿਲਾਂ ਤੁਹਾਡੇ ਤੋਂ, ਅੰਬਾਨੀ ਦੀ ਕੰਪਨੀ 'ਚ ਕੰਮ ਕੀਤਾ ਤੁਸੀਂ, ਅੰਬਾਨੀ ਦੇ ਨਾਲ ਕਾਫੀ ਲੰਬਾ ਸਮਾਂ ਕੰਮ ਕੀਤਾ। ਅੰਬਾਨੀ ਨਾਲ ਕੰਮ ਕਰਨਾ, ਜਿਵੇਂ ਕਾਰਪੋਰੇਟ ਮੈਂ ਕਹਾਂ ਇਸ ਟਾਈਮ ਕਾਰਪੋਰੇਟ ਦਾ ਸਭ ਤੋਂ ਵੱਡਾ ਚਿਹਰਾ ਅੰਬਾਨੀ ਹੈ, ਤੇ ਦੂਸਰੇ ਪਾਸੇ ਇੱਥੇ ਲੋਕਾਂ 'ਚ ਰਹਿਣਾ। ਜਿਵੇਂ ਆਪਾਂ ਟੇਬਲ ਤੇ ਬੈਠੇ ਗੱਲਾਂ ਕਰ ਰਹੇ ਸੀ, ਤੁਸੀਂ ਕਿਹਾ ਰਾਜਨੀਤੀ ਤਾਂ ਜਦੋਂ ਮੈਂ ਰਾਸ਼ਨ ਕਾਰਡ ਫੜਦਾ ਉਦੋਂ ਸਮਝ ਆਉਂਦੀ ਹੈ। ਇੱਕ ਮਤਲਬ ਉਹ ਮੈਨੂੰ ਥੋੜੀ ਗੱਲ ਸਮਝਾਓ, ਕੀ ਫਰਕ ਆ ਅੰਬਾਨੀ ਦੀ ਕੰਪਨੀ 'ਚ ਕੰਮ ਕਰਨਾ ਤੇ ਐਮਐਲਏ ਬਣ ਕੇ ਕੰਮ ਕਰਨਾ? ਕੋਈ ਵੀ ਇੱਕ ਛੋਟੀ ਜਗ੍ਹਾ ਤੋਂ, ਜਿਸ ਤਰ੍ਹਾਂ ਮੈਂ ਵਾਂ, ਇੱਕ ਇੰਜੀਨੀਅਰਿੰਗ ਕਰਕੇ ਕਿਸੇ ਵੀ ਕੰਪਨੀ 'ਚ ਕੰਮ ਕਰਨਾ, ਚਾਹੇ ਕੋਈ ਟਾਟਾ ਹੋਏ, ਚਾਹੇ ਅੰਬਾਨੀ ਹੋਏ, ਚਾਹੇ ਸਾਡੇ ਕੋਈ ਵੀ ਕੰਪਨੀਜ਼ ਨੇ, ਕਾਫੀ ਕੰਪਨੀ ਹੈ, ਸੌਫਟਵੇਅਰ ਦੀ ਕੰਪਨੀਜ਼ ਹੈ। ਅਸੀਂ ਕਿਤੇ ਵੀ ਜਦੋਂ ਇੱਥੋਂ ਲੋਕ ਕੰਮ ਕਰਨੇ ਆ ਤੇ ਅਸੀਂ ਜ਼ਰੂਰ ਕਾਲਜ ਤੋਂ ਕਲੀਅਰ ਕਰਕੇ ਆਪਣੀ ਵੱਡੀ ਕੰਪਨੀਆਂ 'ਚ ਚਲ ਜਾਂਦੇ ਆ ਔਰ ਕੰਮ ਉੱਥੇ ਕਰਨੇ ਆ। ਮਗਰ ਕਈ ਅੱਖਾਂ ਮੇਰੀਆਂ ਖੁੱਲੀਆਂ ਜੀ ਪਠਾਨਕੋਟ ਐਮਐਲਏ ਬਣ ਕੇ
ਔਰ ਜਦੋਂ ਕਰੋਨਾ ਦਾ ਟਾਈਮ ਆਇਆ ਉਦੋਂ ਲੋਕਾਂ ਨਾਲ ਮੈਂ ਬਹੁਤ ਜੁੜ ਕੇ ਜ਼ਮੀਨ ਤੇ ਕੰਮ ਕੀਤਾ। ਜਦੋਂ ਮੈਂ ਨਵਾਂ ਆਇਆ ਤਾਂ ਮੇਰਾ ਇੱਕ ਸ਼ਹਿਰ ਵਾਸਤੇ ਇੱਕ ਬਲੂਪ੍ਰਿੰਟ ਸੀ। ਮੈਂ ਟੋਕੀਓ ਘੁੰਮੇ ਦਾ, ਬੀजिंग ਘੁੰਮੇ ਦਾ, ਨਿਊਯਾਰਕ ਘੁੰਮੇ ਦਾ, ਆਪਣੇ ਦੇਸ਼ ਦੇ ਬੜੇ ਸ਼ਹਿਰਾਂ 'ਚ ਘੁੰਮੇ ਦਾ, ਕਈ ਇੰਡਸਟਰੀਜ਼ ਆਪੇ ਲਾਈਆਂ। ਤੇ ਇੱਕ ਸੁਪਨਾ ਸੀ ਕਿ ਨਹੀਂ, ਮੇਰਾ ਪਠਾਨਕੋਟ ਵੀ ਉਸ ਤਰੀਕੇ ਦਾ ਕਿਉਂ ਨਹੀਂ ਹੋ ਸਕਦਾ, ਵੈਰੀ ਵੈਲ ਲੋਕੇਟਡ, ਸਭ ਕੁਝ ਹੈ। ਔਰ ਮਗਰ ਜਦੋਂ ਮੈਂ ਆਇਆ ਇੱਥੇ ਆ ਕੇ ਮੈਂ ਮੇਜਰ ਪ੍ਰੋਜੈਕਟ 'ਚ ਲੱਗ ਗਿਆ। ਪੁਲ ਦਾ 4-5 ਪੁਲ ਬਣਵਾ ਰਹੇ ਹਾਂ। ਸਾਡੇ ਇੱਥੇ ਇੱਕ ਟਾਕੀ ਦਾ ਪੁਲ ਹੈ, 70 ਸਾਲ ਤੋਂ ਕਹਿ ਰਹੇ ਸੀ, ਉਹ ਮੇਰਾ ਆਲਮੋਸਟ ਬਣ ਕੇ ਤਿਆਰ ਹੋ ਗਿਆ। ਸੀਐਮ ਸਾਹਿਬ ਆਏ ਸੀ, ਤਲਵਾੜਾ ਜੱਟਾਂ ਦਾ ਪੁਲ ਬਣ ਕੇ ਚੱਲ ਪਿਆ। 3 ਹੋਰ ਪੁਲ ਬਣ ਰਹੇ ਨੇ। ਇੱਕ ਐਲੀਵੇਟਡ ਟਰੈਕ ਅਸੀਂ ਇੱਥੇ ਬਣਾ ਰਹੇ ਹਾਂ। ਮੈਂ ਫਿਰ ਪੈਪਸੀ ਦੀ ਇੰਡਸਟਰੀ ਵੀ ਲੈ ਕੇ ਆਇਆ। ਮੈਂ ਫਿਰ ਇੱਕ ਟੂਰਿਜ਼ਮ ਦਾ ਪ੍ਰੋਜੈਕਟ ਵੀ ਕਲੀਅਰ ਕਰਾਇਆ। ਸੀਵਰੇਜ ਪਾਣੀ ਇੱਕ ਬੇਸਿਕ ਚੀਜ਼ਾਂ ਸੀ ਜੋ ਮੈਨੂੰ ਵੀ ਪਤਾ ਸੀ ਕਿ ਉਹਦੇ ਤੇ 100 ਕਰੋੜ ਰੁਪਏ ਲਗਾਇਆ। ਮਗਰ ਜਦੋਂ ਕਰੋਨਾ ਆਇਆ ਔਰ ਮੈਂ ਇੱਕ ਜਨ ਸੇਵਾ ਕੈਂਪ ਸ਼ੁਰੂ ਕੀਤੇ, ਲੋਕਾਂ ਨਾਲ ਰੋਜ਼ 8-8 ਘੰਟੇ ਬਹਿੰਦਾ ਸੀ ਜ਼ਮੀਨ ਤੇ, ਉਦੋਂ ਮੈਨੂੰ ਰਿਅਲਾਈਜ਼ ਹੋਇਆ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਕਿੱਥੇ ਤਾਕਤ ਦੇਣ ਦੀ ਲੋੜ ਹੈ। ਜਦੋਂ ਮੈਂ ਆਪੇ 8-8 ਘੰਟੇ ਕੈਂਪ ਲਗਾ ਕੇ ਉਹਨਾਂ ਦੇ ਪੈਨਸ਼ਨ ਦੇ ਫਾਰਮ, ਰਾਸ਼ਨ ਕਾਰਡ, ਲੇਬਰ ਕਾਰਡ, ਉਹਨਾਂ ਦੇ ਅੱਖਾਂ ਦੇ ਚੈੱਕਅਪ ਕਰਾਉਂਦਾ ਸੀ, ਹਾਊਸਿੰਗ ਸਕੀਮ ਦੇ ਕਰਾਉਂਦਾ ਸੀ, ਉਦੋਂ ਮੈਨੂੰ ਰਿਐਲਿਟੀ ਸਮਝ ਆਈ ਕਿ ਯੈਸ, ਜਿੰਨੀ ਦੇਰ ਤੱਕ ਅਸੀਂ ਗਰਾਊਂਡ ਤੇ ਆਪਣੇ ਲੋਕਾਂ ਨੂੰ ਅਸੀਂ ਤਾਕਤ ਨਹੀਂ ਦਾਂਗੇ, ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ। ਇਹ ਚੀਜ਼ਾਂ ਦਾ ਫਾਇਦਾ ਤਦ ਹੀ ਹੈ ਕਿ ਜੇ ਜ਼ਮੀਨ ਤੇ ਜਿਹੜਾ ਗਰੀਬ ਆਦਮੀ ਹੈ ਉਹ ਵੀ ਉੱਠੇ ਤੇ ਉਹ ਵੀ ਇਸ ਚੀਜ਼ ਨੂੰ ਤਾਂ ਹੀ ਫੀਲ ਕਰ ਸਕੇਗਾ ਜੇ ਉਹ ਗੁਰਬਤ ਤੋਂ ਬਾਹਰ ਨਿਕਲੇਗਾ, ਉਹਨੂੰ ਇੱਕ ਬੇਸਿਕ ਚੀਜ਼ਾਂ ਮਿਲਣਗੀਆਂ। ਤੇ ਮੈਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆਪਣੇ। ਤੁਹਾਨੂੰ ਲੱਗਦਾ ਕਾਰਪੋਰੇਟ 'ਚ ਰਹਿ ਕੇ ਕੋਈ ਐ ਜੁੜਿਆ ਹੁੰਦਾਗਾ? ਮੈਂ ਵੈਸੇ ਹੀ ਤੁਹਾਡੇ ਐਕਸਪੀਰੀਅੰਸ ਤੋਂ ਪੁੱਛਣਾ ਚਾਹੁੰਦਾ, ਜੇ ਤੁਹਾਨੂੰ ਲੱਗਦਾ ਕਾਰਪੋਰੇਟ ਨੂੰ ਵੀ ਇੱਕ ਟਰਮ ਆਈ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ, ਜੀ CSR, ਹੈ ਨਾ, CSR ਆਈ, ਕੀ ਤੁਹਾਨੂੰ ਲੱਗਦਾ ਕਾਰਪੋਰੇਟ ਨੂੰ ਵੀ ਜਿਹੜਾ ਜਿਵੇਂ ਜੁੜਨਾ ਚਾਹੀਦਾ ਦੇਸ਼ ਨਾਲ, ਜਿਹੜਾ ਇਸੇ ਕਰਕੇ ਕਾਰਪੋਰੇਟ ਪ੍ਰਤੀ ਆਪਾਂ ਕਿਸਾਨ ਅੰਦੋਲਨ 'ਚ ਦੇਖਿਆ ਸਭ ਤੋਂ ਜ਼ਿਆਦਾ ਵਿਰੋਧ ਕਾਰਪੋਰੇਟ ਦਾ ਹੋ ਰਿਹਾ ਸੀਗਾ? देखो CSR ਤੇ ਬਹੁਤ ਜ਼ਰੂਰੀ ਚੀਜ਼ ਹੈ ਔਰ CSR ਕਰਨੀ ਚਾਹੀਦੀ ਹੈ। ਔਰ ਇਸ CSR ਤੋਂ ਬਿਯੋਂਡ ਵੀ ਕਹਿਣਾ ਮੈਂ ਕਹਿੰਦਾ, ਦੇਖੋ ਫੋਰਨ ਕੰਟਰੀਜ਼ ਅਸੀਂ ਜਾਂਦੇ ਆ ਔਰ ਮੈਂ ਜ਼ਰੂਰ ਕੰਪਨੀਆਂ ਨੂੰ ਵੀ ਕਹਾਂਗਾ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ 'ਚ ਆਪਣੇ ਬਜਟ, ਆਪਣੀ ਜ਼ਿੰਮੇਵਾਰੀ ਵਧਾਉਣ। ਉਹਦੇ ਵਿੱਚ ਜੇ 2% ਆਪਣੇ ਪ੍ਰੋਫਿਟ ਦਾ ਲਗਾਉਂਦੇ ਨੇ ਉਹਨੂੰ 5% ਕਰਨ। ਜੇ ਤੁਸੀਂ ਪ੍ਰੋਫਿਟ ਬਣਾ ਰਹੇ ਹੋ ਤਾਂ, ਕਿਉਂਕਿ ਜਿੰਨੀ ਦੇਰ ਤੱਕ ਜਿਸ ਸੁਸਾਇਟੀ ਤੋਂ ਕਮਾਉਂਦੇ ਹੋ, ਜਿਸ ਸਮਾਜ ਕੋਲੋਂ ਕਮਾਉਂਦੇ ਹੋ, ਜੇ ਉਹਨੂੰ ਤੁਸੀਂ ਵਾਪਸ ਰੀਪੇ ਨਹੀਂ ਕਰੋਗੇ ਤੇ ਅਸੀਂ ਗਰੋ ਵੀ ਨਹੀਂ ਕਰ ਸਕਦੇ। ਕੰਪਨੀਆਂ ਕਰਦੀਆਂ, ਫਾਊਂਡੇਸ਼ਨਸ ਬਣਾਈ ਦੀਆਂ, ਮਗਰ ਇਸ ਤੋਂ ਜ਼ਿਆਦਾ ਕਰਨ ਦੀ ਲੋੜ ਹੈਗੀ ਹੈ। ਹੁਣ ਤੇ ਮੈਂ ਆਪੇ ਸਿੱਖ ਲਿਆ ਔਰ ਆਪੇ ਕਰ ਰਹੇ ਹਾਂ ਔਰ ਮੈਨੂੰ ਜ਼ਮੀਨ ਤੇ ਪਤਾ ਕੀ ਹੋ ਰਿਹਾ, ਤੇ ਪਰਮਾਤਮਾ ਮੌਕਾ ਦੇਗਾ ਤੇ ਜ਼ਰੂਰ ਹੈ ਕੰਪਨੀਆਂ ਕੋਲੋਂ ਕੰਮ ਗਣਾ ਰਹੇ ਸੀਗੇ। ਜੇ ਮੈਂ ਤੁਹਾਡੇ ਤੋਂ ਵੈਸੇ ਹੀ ਪੁੱਛਾਂ ਕਿ ਤੁਹਾਨੂੰ ਲੋਕ ਵੋਟ ਕਿਉਂ ਪਾਉਣ, ਅਮਿਤ ਵਿਜ ਨੂੰ ਕੋਈ ਵੋਟ ਕਿਉਂ ਪਾਵੇ, ਇਹ ਜਿਹੀਆਂ ਕਿਹੜੀਆਂ 5 ਗੱਲਾਂ ਤੁਸੀਂ ਕਰਤੀਆਂ ਜਿਹਦੇ ਕਰਕੇ ਲੋਕ ਤੁਹਾਨੂੰ ਵੋਟ ਪਾਉਣ? ਦੇਖੋ, ਜੇ ਤੇ ਇਨਫਰਾਸਟ੍ਰਕਚਰ ਪੁਆਇੰਟ ਆਫ ਵਿਊ ਮੈਂ 450 ਕਰੋੜ ਦੇ, ਪੌਣੇ 500 ਕਰੋੜ ਦੇ ਕੰਮ ਕਰਾਏ ਨੇ ਔਰ ਵਿੱਚ 150 ਕਰੋੜ ਬ੍ਰਿਜਸ ਪੁਲ PWD ਕੋਲੋਂ ਕਰਾਇਆ। ਤੇ ਮੈਂ 5 ਪੁਲ ਤੁਹਾਨੂੰ ਪਹਿਲੇ ਵੀ ਗਿਣਾਤੇ ਨੇ, ਪਲੱਸ ਰੋਡਸ ਸਾਡੇ ਸ਼ਹਿਰ ਦੀਆਂ ਬੜੀ ਬੁਰੀ ਹਾਲਤ ਸੀ, ਡਿਫਰੈਂਟ ਟਾਈਪ ਦੀ ਰੋਡਸ ਵਿਦ ਬਲਿੰਕਰਸ ਵਿਦ ਗ੍ਰੀਨਰੀ ਅਸੀਂ ਕੀਤਾ। ਫਿਰ ਦੂਜਾ ਕੰਮ ਮੇਜਰ ਜਿਹੜਾ ਮੈਂ ਕੀਤਾ, 100 ਕਰੋੜ ਰੁਪਇਆ ਮੈਂ ਸੀਵਰੇਜ ਪਾਣੀ ਤੇ ਲਵਾ ਕੇ ਬੇਸਿਕ ਕਮਿਊਨਿਟੀਜ਼ ਲੋਕਾਂ ਨੂੰ ਘਰਾਂ ਤੱਕ ਪਹੁੰਚਾਈਆਂ। ਤੀਸਰਾ, ਮੈਂ ਆਪਣੇ ਸਾਡੇ ਇੱਥੇ ਪਾਰਕਸ ਨਹੀਂ ਸੀ, ਬੱਚੇ ਖੇਡਣ ਕਿੱਥੇ ਜਾਣ, ਕਿੱਥੇ ਸਾਡੇ ਇੱਥੇ ਗਰੀਬ ਆਦਮੀ ਕਿੱਥੇ ਵਿਆਹ ਕਰੇ ਜਾ ਕੇ 50-50 ਹਜ਼ਾਰ ਰੁਪਏ ਲੋਕ ਲੈ ਲੈਂਦੇ ਨੇ ਆਪਣੇ ਕਮਿਊਨਿਟੀ ਹਾਲ ਵਾਸਤੇ, ਕੋਈ ਹਾਲ ਨਹੀਂ ਦੇਣਾ ਤੇ ਮੈਂ ਕੋਈ 15 ਤੇ ਪਾਰਕ ਔਰ 25 ਕਮਿਊਨਿਟੀ ਹਾਲ ਲੋਕਾਂ ਨੂੰ ਬਣਾ ਕੇ ਦਿੱਤੇ ਨੇ ਤਾਂ ਕਿ ਗਰੀਬ ਆਦਮੀ, ਔਰ ਚ ਡਿਸਪੈਂਸਰੀਆਂ ਵੀ ਖੋਲ ਰਹੇ ਆ ਤਾਂ ਕਿ ਗਰਾਊਂਡ ਤੇ ਉਹਨਾਂ ਦਾ ਕੰਮ ਹੋ ਸਕੇ। ਇਸ ਤੋਂ ਬਾਅਦ ਕੈਮਰਾਸ ਉਹਦੇ ਵਿੱਚ ਵੀ ਲਗਾ ਰਹੇ ਆ ਤਾਂ ਕਿ ਸਾਡੀ ਸਿਟੀ ਪੂਰੀ ਸੇਫ ਹੋ ਸਕੇ। ਫਿਰ ਇੱਕ ਚੀਜ਼ ਹੈ ਜਿਹੜੇ ਮੈਂ ਜਨ ਸੇਵਾ ਕੈਂਪ ਲਗਾਏ ਨੇ ਔਰ ਮੈਂ ਕਹਿੰਦਾ ਸੀ ਜਦੋਂ 2017 ਚ ਆਇਆ ਕਿ ਸਾਡਾ ਹੱਕ ਇੱਥੇ ਰੱਖ, ਤੇ ਉਹਦੇ ਵਿੱਚ ਕੀ ਸੀ ਕਿ ਇੱਕ ਜਦੋਂ 58 ਇਅਰਸ ਦੀ ਲੇਡੀ ਹੋ ਗਈ, ਉਹਨਾਂ ਦੀ ਜਨਮ ਦਿਨ ਦੇ ਵਾਲੇ ਦਿਨ ਹੀ ਲੋਕ ਘਰ ਜਾ ਕੇ ਉਹਨਾਂ ਦੀ ਪੈਨਸ਼ਨ ਕਿਉਂ ਨਹੀਂ ਲਗਾਉਂਦੇ, ਉਹਨਾਂ ਦਾ ਹੱਕ ਕਿਉਂ ਮਾਰਨੇ? ਅੱਜ ਅਸੀਂ 1500 ਰੁਪਏ ਸਰਕਾਰ ਨੇ ਸਾਡੀ ਪੈਨਸ਼ਨ ਕੀਤੀ ਹੈ, ਜੋ ਬੜੀ ਵੱਡੀ ਉਪਲਬਧੀ ਹੈ, ਜੋ ਅਸੀਂ 500 ਤੋਂ 1500 ਕੀਤੀ ਹੈ ਔਰ ਇੱਕ ਪਰਿਵਾਰ 'ਚ 2 ਲੱਖਾਂ ਦੀ ਪੈਨਸ਼ਨ ਲੱਗਦੀ ਹੈ ਤੇ ਉਹਨਾਂ ਨੂੰ 3000 ਰੁਪਏ ਮਿਲਦੇ ਨੇ ਸਾਹਿਬ। ਤੇ ਉਹ ਮੈਂ ਕੈਂਪਸ ਤੇ ਕੰਮ ਕੀਤੇ ਨੇ, ਉਹਦੇ ਵਿੱਚ 20000 ਦੇ ਕਰੀਬ ਮੇਰੀ ਹੁਣ ਟੋਟਲ 24000 ਪੈਨਸ਼ਨ ਹੈ। ਮੈਂ ਜਦੋਂ ਆਇਆ ਸੀ 6000 ਪੈਨਸ਼ਨਾਂ ਸੀ ਮੇਰੇ ਹਲਕੇ ਦੀਆਂ, ਅੱਜ 24000 ਪੈਨਸ਼ਨ ਹੈ। ਉਹ ਗਰੀਬ ਲੋਕਾਂ ਦੇ ਘਰ ਜਿਹੜੇ ਮੇਰੇ ਲੋਕ ਨੇ ਉਹਨਾਂ ਦੇ ਪੈਸਾ ਗਿਆ। ਹੁਣ ਮੇਰੀ ਪੈਨਸ਼ਨ ਦੀ ਪੈਂਡੈਂਸੀ ਨਿਲ ਕਰਤੀ ਦੀ ਹੈ, ਜਿਨ੍ਹਾਂ ਦਾ ਹੱਕ ਬੰਦਾ ਹੁਣ ਲੱਗਣਿਆ। ਮੈਂ
ਤੁਸੀਂ ਇਮੇਜਿਨ ਕਰੋ 70 ਸਾਲ ਦੇ ਬਜ਼ੁਰਗ ਦੀ ਈਵਨ 65 ਸਾਲ ਚ ਪੈਨਸ਼ਨ ਲੱਗਦੀ ਹੈ। ਮੈਂ ਫਾਰਮ ਦੇਖਦਾ ਸੀ ਤੇ ਦੇਖਦਾ ਸੀ ਕਿ 75 ਸਾਲ ਦੀ ਏਜ ਚ ਪੈਨਸ਼ਨ ਲਗਾ ਰਹੇ ਆ, 74 ਤੇ ਇਹਨਾਂ ਦੀ 65 ਚ ਕਿਉਂ ਨਹੀਂ ਲੱਗੀ। ਇਹ ਸਾਰੀ ਪੈਂਡੈਂਸੀਆਂ ਖਤਮ ਕੀਤੀਆਂ। ਫਿਰ ਲੇਬਰ ਕਾਰਡ ਬਣਵਾਏ ਨੇ। ਲੇਬਰ ਕਾਰਡ ਚ ਚੰਨੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਸੀ। ਦੀਵਾਲੀ ਵਾਲੇ ਦਿਨ 3100 ਰੁਪਇਆ ਪਵਾਇਆ। ਮੈਂ 5000 ਲੇਬਰ ਕਾਰਡ ਬਣਾਏ, 700 ਹੈਂਡੀਕੈਪ ਸਰਟੀਫਿਕੇਟ ਬਣਾਏ ਨੇ। ਹੈਂਡੀਕੈਪ ਉਹ ਅੱਜ ਦੇ ਥੋੜੇ ਨੇ, ਪਹਿਲੇ ਨੇ। ਸਿਸਟਮ ਖਰਾਬ ਸੀ, ਹੁਣ 50% ਤੋਂ ਉੱਪਰ ਹੈਂਡੀਕੈਪ ਸਰਟੀਫਿਕੇਟ ਬਣੇ ਤੇ ਪੈਨਸ਼ਨ ਮਿਲਦੀ ਹੈ। ਹੁਣ ਅਗਲੇ ਦੀ ਅੱਖ ਹੀ ਨਹੀਂ। ਹੁਣ ਉਹਨਾਂ ਨੂੰ ਤੰਗ ਕਰਨ ਵਾਸਤੇ 45% ਲਿਖ ਦਿੰਦੇ ਸੀ, 40% ਲਿਖ ਦਿੰਦੇ ਸੀ ਤੇ ਕੈਂਪਾਂ 'ਚ ਲਗਵਾ ਕੇ ਇਹ ਮੈਂ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ। ਤੁਸੀਂ ਕਹਿੰਦੇ ਤੁਸੀਂ ਇੰਨਾ ਕੰਮ ਕੀਤਾ, ਫਿਰ ਵੀ ਐ ਕਿਉਂ ਸੀਗਾ ਕਿ ਤੁਹਾਡੀ ਟਿਕਟ ਦਾ ਵਿਰੋਧ ਬਹੁਤ ਸਾਰੇ ਇੱਥੇ ਤੁਹਾਡੇ ਜਿਹੜੇ ਵਿਰੋਧੀ ਹੁੰਦੀ ਨੇ ਹਰ ਥਾਂ ਦੇ ਉੱਤੇ, ਪਰ ਤੁਹਾਡਾ ਵੀ ਬੜਾ ਵੀ ਅਮਿਤ ਵਿਜ ਨੂੰ ਟਿਕਟ ਨਾ ਮਿਲ ਜੇ ਇਹਨੂੰ ਮਿਲ ਗਈ ਅਸੀਂ ਤਾਂ ਮਰ ਜਾਾਂਗੇ। ਉਹਨਾਂ ਨੇ ਕਿਹਾ ਇਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਇਹ ਹੋਇਆ ਇੱਥੇ। ਮੈਨੂੰ ਇੱਕ ਗੱਲ ਤੁਸੀਂ ਭਾਜੀ ਸਮਝੋ, ਟਿਕਟ ਮੰਗਣ ਇੱਕ ਬੇਸਿਕ ਰਾਈਟ ਹੈ ਕਿ ਨਹੀਂ? ਬਿਲਕੁਲ ਹੈ ਨਾ, ਡੈਮੋਕ੍ਰੈਟਿਕ ਰਾਈਟ ਹੈ ਕਿ ਨਹੀਂ? ਡੈਮੋਕ੍ਰੈਟਿਕ ਰਾਈਟ। ਕਿਹਦੀ ਟਿਕਟ ਮੰਗ ਰਹੇ ਸੀ? ਕਾਂਗਰਸ ਦੀ, ਕਿਸੇ ਹੋਰ ਪਾਰਟੀ ਦੀ ਤੇ ਨਹੀਂ ਮੰਗ ਰਹੇ। ਹਰ ਬੰਦੇ ਨੂੰ ਲੱਗਦਾ ਕਿ ਮੈਂ ਵੀ ਇੱਕ ਅੱਗੇ ਆਵਾਂ। ਠੀਕ ਹੈ, ਪਾਰਟੀ ਨੇ ਮੈਨੂੰ ਦਿੱਤੀ, ਹੁਣ ਅਸੀਂ ਇਕੱਠੇ ਚੱਲਾਂਗੇ। ਜੇ ਉਹਨਾਂ ਨੂੰ ਮਿਲਦੀ ਤੇ ਮੈਂ ਵੀ ਕੋਈ ਪਾਰਟੀ ਤੋਂ ਬਾਹਰ ਥੋੜ੍ਹਾ ਨਾ ਜਾਣਾ ਸੀ। ਹਾਂ, ਟਿਕਟ ਮੰਗਣ ਤੱਕ ਤੇ ਦੇਖੋ ਜੀ, ਹੁਣ ਜਦੋਂ ਟਿਕਟ ਮੰਗਣੀ ਹੈ ਤੇ ਕੋਈ ਸਾਇਲੈਂਟਲੀ ਕਰਦੇ ਨੇ। ਹੁਣ ਕੁਝ ਮੇਰੇ ਬੋਲਣਗੇ ਤੇ ਤਾਂ ਹੀ ਕੋਈ ਸੁਨੇਗਾ। ਮਗਰ ਤੁਹਾਨੂੰ ਮੈਂ ਦੱਸਾਂ, ਸਾਡੀ ਕਾਰਪੋਰੇਸ਼ਨ ਬਣੀ ਸੀ, ਸਾਡੇ 40 ਦੇ ਕਰੀਬ MC ਜਿੱਤ ਕੇ ਆਏ ਔਰ ਸਾਡੇ ਸਰਪੰਚ ਸਾਹਿਬ ਨੇ, ਸਾਡੀ ਬੜੀ ਵੱਡੀ ਟੀਮ ਹੈ। ਸਿਰਫ 4-5 ਲੋਕਾਂ ਨੇ ਟਿਕਟਾਂ ਮੰਗੀਆਂ ਔਰ 8 ਤੋਂ 7 ਕਹਿ ਰਹੇ ਹੋ ਤੁਸੀਂ, ਜਿਹੜੇ ਮੇਨ ਦਾਅਵੇਦਾਰ ਸੀ ਉਹ ਸਾਡੇ ਨਾਲ ਹੀ ਨੇ, ਪਾਰਟੀ ਦੇ ਲੋਕ ਨੇ। ਔਰ ਟਿਕਟ ਤੱਕ ਦੀ ਇੱਕ ਲੜਾਈ ਵੀ ਨਹੀਂ ਕਹਿ ਸਕਦਾ, ਟਿਕਟ ਤੱਕ ਦੀ ਇੱਕ ਰੇਸ ਸੀ। ਹੁਣ ਉਹ ਖਤਮ ਹੋਈ, ਹੁਣ ਮਿਲ ਕੇ ਕੰਮ ਕਰਾਂਗੇ। ਅੱਛਾ, ਇਹ ਏਰੀਆ ਜਿਹੜਾ ਪੂਰਾ ਪਹਾੜੀ ਏਰੀਆ ਜਿਹੜਾ ਜੰਮੂ ਨਾਲ ਲੱਗਦਾ, ਇੱਥੇ ਮਾਈਨਿੰਗ ਦਾ ਕੰਮ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ। ਮਾਈਨਿੰਗ ਮਾਫੀਆ ਸ਼ਬਦ ਵੀ ਜਦੋਂ ਕਿਸੇ ਨੂੰ ਤੁਹਾਨੂੰ ਇਧਰਲੇ ਪਹਾੜ ਤੁਹਾਡੇ ਵਾਲੇ ਯਾਦ ਆ ਜਾਂਦੇ ਨੇ। ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾ, ਤੁਹਾਨੂੰ ਲੈ ਕੇ ਵੀ ਲਗਾਤਾਰ ਹਨਾ ਮੈਂ ਆਪਣੇ ਹਲਕੇ ਦੀ ਗੱਲ, ਤੁਹਾਡੇ ਸਾਰੇ ਬਹੁਤ ਸਾਰੇ ਐਮਐਲਏਜ਼ ਨੂੰ ਲੈ ਕੇ ਇੱਥੇ ਸਵਾਲ ਨਹੀਂ, ਮੈਂ ਆਪਣੇ ਮੇਰੀ ਗੱਲ ਪੂਰੇ ਇਲਾਕੇ ਨੂੰ ਜੀ ਇੱਥੇ ਮਾਈਨਿੰਗ ਮਾਫੀਆ ਚੱਲਦਾ, ਇਲੀਗਲ ਮਾਈਨਿੰਗ ਹੁੰਦੀ ਹੈ। ਮੇਰੇ ਹਲਕੇ ਦੀ ਗੱਲ ਕਰੋ ਜੀ, ਦੇਖੋ ਮੇਰੀ ਜੁਰਿਸਡਿਕਸ਼ਨ ਮੇਰਾ ਪਠਾਨਕੋਟ ਹੈ। ਮੇਰਾ ਪਠਾਨਕੋਟ ਅਰਬਨ ਹੈ। ਅਰਬਨ ਚ ਮੇਰੇ ਮੈਕਸਿਮਮ 1 ਲੱਖ, ਜੇ ਮੇਰਾ 50,000 ਵੋਟ ਹੁਣ ਹੋ ਗਏ ਨੇ, 1,30,32,000 ਵੋਟ ਮੇਰਾ ਅਰਬਨ ਏਰੀਆ ਦਾ, 28,000 ਵੋਟ ਮੇਰਾ ਪਿੰਡਾਂ ਦਾ। ਉਹਦੇ ਵਿੱਚ ਸਿਰਫ ਇੱਕ ਮੀਰਥਲ ਬੈਲਟ ਹੈ ਜਿਹਦੇ ਵਿੱਚ 25-31 ਕ੍ਰੈਸ਼ਰ ਹੋਣੇ ਨੇ ਜਿਹੜੇ ਛੋਟੇ ਛੋਟੇ ਕੰਮ ਕਰਦੇ ਨੇ। ਮੈਂ ਬੜਾ ਪੱਕਾ ਜੀ, ਤੁਸੀਂ ਜਾਓ ਕੈਮਰਾ ਲੈ ਕੇ ਪੁੱਛ ਲਓ ਜਾ ਕੇ, ਮੇਰੇ ਤੋਂ ਬੜੇ ਲੋਕ ਨਾਰਾਜ਼ ਵੀ ਨੇ। ਮੈਂ ਇਲੀਗਲ ਮਾਈਨਿੰਗ ਨਹੀਂ ਹੋਣ ਦਿੰਦਾ ਜੀ। ਇਸ ਕਰਕੇ ਕਈ ਲੋਕ ਮੈਨੂੰ ਛੱਡ ਕੇ ਵੀ ਗਏ ਨੇ। 1-2 ਲੋਕ ਜਿਹੜੇ ਮੇਰੇ ਪਾਰਟੀ ਦੇ ਸੀ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹ ਮੈਨੂੰ ਛੱਡ ਕੇ ਵੀ ਗਏ ਨੇ। ਇੱਕ ਕੱਲ ਵੀ ਛੱਡ ਕੇ ਗਿਆ। ਮਗਰ ਮੈਂ ਆਪਣੀ ਪਾਰਟੀ ਨੂੰ ਬੜਾ ਕਲੀਅਰ ਕਿਹਾ ਸੀ ਕਿ ਮੇਰੇ 1-2 ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਕਿ ਉਹ ਮੇਰੇ ਨਾਲ ਨਾਰਾਜ਼ ਨਾ ਹੋ ਜਾਣ, ਮੈਂ ਇਲੀਗਲ ਮਾਈਨਿੰਗ ਨਹੀਂ ਹੋਣ ਦੇਣੀ ਔਰ ਮੈਂ ਆਪਣੇ ਇਲਾਕੇ 'ਚ ਨਹੀਂ ਹੋਣ ਦਿੱਤੀ। ਨਵਾਂ ਆਇਆ ਸੀ, ਚੀਜ਼ਾਂ ਨੂੰ ਸਮਝਣ 'ਚ ਟਾਈਮ ਲੱਗਦਾ, ਮਗਰ ਪਿਛਲੇ 3-3.5 ਸਾਲ ਤੋਂ ਜਦੋਂ ਦਾ ਮੈਨੂੰ ਸਮਝ ਲੱਗੀ, ਮੈਂ ਇਲੀਗਲ ਮਾਈਨਿੰਗ ਆਪਣੇ ਨਹੀਂ ਹੋਣ ਦਿੱਤੀ। ਮੈਂ ਤੁਹਾਨੂੰ ਓਪਨਲੀ ਕਹਿਣਾ, ਮੈਂ ਸੁਜਾਨਪੁਰ ਦਾ ਨਹੀਂ ਹੈਗਾ, ਉਹ ਗਵਰਨਮੈਂਟ ਦੇਖੇਗੀ। ਭੋਏ ਦਾ ਮੈਂ ਨਹੀਂ ਹੈਗਾ, ਉਹ ਗਵਰਨਮੈਂਟ ਦੇਖੇਗੀ ਕਿ ਕੀ ਆ ਉਹਦਾ। ਮੈਂ ਧਿਆਨ ਵੀ ਨਹੀਂ ਰੱਖਦਾ। ਮਗਰ ਮੇਰੇ ਇਲਾਕੇ 'ਚ ਤੁਸੀਂ ਮੀਰਥਲ 'ਚ ਜਾ ਕੇ ਦੇਖ ਲਓ, ਪੁੱਛ ਲਓ ਕਿਸੇ ਕੋਲੋਂ, ਲੋਕ ਮੇਰੀ ਤਾਰੀਫ ਕਰਨਗੇ। 1-2 ਲੋਕ ਜਿਨ੍ਹਾਂ ਦੇ ਕੰਮ ਨਹੀਂ ਚੱਲ ਰਹੇ ਮੈਨੂੰ ਗਾਲਾਂ ਕੱਢਣਗੇ, ਮਗਰ ਮੈਂ ਇਲੀਗਲ ਮਾਈਨਿੰਗ ਨਹੀਂ ਹੋਣ ਦੇਵਾਂਗਾ। ਇੱਕ ਕਾਰਪੋਰੇਟ ਜਦੋਂ ਜਿਵੇਂ ਕਾਰਪੋਰੇਟ ਕੰਪਨੀ ਨੂੰ ਖੜਾ ਕਰ ਦਿੰਦਾ, ਜਿਵੇਂ ਉਹ ਉੱਥੇ ਸਾਰੇ EMPLOYEES ਤੋਂ ਲੈ ਕੇ ਹਰ ਚੀਜ਼ ਨੂੰ ਉਹ ਕਰਦਾਗਾ ਜਾਂ ਇੱਕ ਪੂਰੇ ਦਾ ਪੂਰਾ ਸਿਸਟਮ ਖੜਾ ਕਰਦਾ, ਕਦੇ ਐ ਹੁੰਦਾ ਜਿਵੇਂ ਤੁਸੀਂ ਕਾਰਪੋਰੇਟ ਚੋਂ ਆਏ ਹੋ ਕਿ ਪਠਾਨਕੋਟ ਦਾ ਇੱਕ ਬੰਦਾ ਜਿਹੜਾ 5 ਸਾਲ ਤੁਹਾਨੂੰ ਹੋ ਗਏ, ਅਗਲੇ 5 ਸਾਲ ਤੁਸੀਂ ਮੰਗ ਰਹੇ ਹੋ ਲੋਕਾਂ ਤੋਂ ਕੁਛ ਇਹੋ ਜਿਹਾ, ਜਿਵੇਂ ਮੈਂ ਸੁਣਿਆ ਪਲਾਂਟ ਤਾਂ ਤੁਸੀਂ ਲੈ ਕੇ ਆਏ, ਕੱਲੀ ਪਲਾਂਟਾਂ ਦੀ ਨਹੀਂ ਗੱਲ ਹੈ ਕਿ ਰੋਜ਼ਗਾਰ ਤੋਂ ਲੈ ਕੇ ਹਰ ਚੀਜ਼ ਦਾ ਇੱਕ ਵਿਜ਼ਨ ਜਿਵੇਂ ਇੱਕ ਕਾਰਪੋਰੇਟ ਦਾ ਹੈ ਤੁਹਾਡੇ ਕੋਲ, ਜਾਂ ਹੋ ਸਕਦਾ ਕਦੇ? ਦੇਖੋ ਮੇਰਾ 5 ਸਾਲਾਂ 'ਚ ਤਾਂ ਨਹੀਂ ਹੋਇਆ, ਮੈਂ ਤਾਂ ਕਹਿ ਰਿਹਾ 10 ਸਾਲਾਂ 'ਚ ਹੋ ਸਕਦਾ। ਨਹੀਂ 5 ਸਾਲਾਂ 'ਚ ਬਹੁਤ ਕੁਝ ਹੋਇਆ। ਬਹੁਤ ਕੁਝ ਤਾਂ ਹੋਇਆ, ਉਹ ਮੈਂ ਕਹਿ ਰਿਹਾ ਉਸ ਲੈਵਲ ਦੇ ਉੱਤੇ ਹੋ ਸਕਦਾ ਜਿਸ ਲੈਵਲ ਤੇ ਕਾਰਪੋਰੇਟ ਦੀ ਕੰਪਨੀ ਹੁੰਦੀ ਹੈ। ਆਪਣੇ ਸ਼ਹਿਰ ਨੂੰ ਤੁਸੀਂ ਦੇਖਣਾ, ਮੇਰੇ ਸ਼ਹਿਰ 'ਚ ਡਲਹੌਜ਼ੀ ਰੋਡ ਜਾ ਕੇ ਦੇਖੋ, ਲੋਕਾਂ ਨੂੰ ਪੁੱਛ ਕੇ ਦੇਖੋ, ਮੈਂ ਆਪਣਾ ਸ਼ਹਿਰ ਟੱਚਵੁੱਡ ਇੰਨਾ ਸਿਕਿਉਰ, ਬਹੁਤ ਸੇਫ, ਗ੍ਰੀਨ ਵਿਦ ਆਲ ਐਮਿਨਿਟੀਜ਼। ਤੁਸੀਂ ਰੋਡ ਸਾਡੀਆਂ ਜਾ ਕੇ ਦੇਖੋ, ਉਹ ਬਣਾ ਕੇ ਦੇ ਰਹੇ ਹਾਂ ਤਾਂ ਕਿ ਲੋਕੀ ਆ ਕੇ ਇੱਥੇ ਵਸਣ, ਇੱਥੇ ਸ਼ੋਰੂਮ ਖੋਲਣ। ਤੁਸੀਂ ਦੇਖੋ ਕਿ ਟੂਰਿਜ਼ਮ ਇੰਡਸਟਰੀ ਕਿਹੋ ਜਿਹੀ ਇੰਡਸਟਰੀ ਹੁੰਦੀ ਹੈ ਜਿਹੜੀ ਜੌਬਸ ਕ੍ਰੀਏਟ ਕਰਦੀ ਹੈ। ਤੁਸੀਂ ਵੀ ਕਾਰਪੋਰੇਟ ਦੇ ਆਦਮੀ ਹੋ, ਤੁਸੀਂ ਵੀ ਕੰਪਨੀ 'ਚ ਕੰਮ ਕਰਦੇ ਹੋ,
ਮੈਂ ਵੀ ਕੰਪਨੀ 'ਚ ਕੰਮ ਕਰਕੇ ਆਏ ਦਾ। ਜਿੰਨੀ ਦੇਰ ਤੱਕ ਮੇਰੇ ਇੱਥੇ ਨਾਈਟ ਲਾਈਫ ਨਹੀਂ ਹੋਏਗੀ, ਜਿੰਨੀ ਦੇਰ ਤੱਕ ਰਾਤੀ 2-2 ਵਜੇ ਤੱਕ 3-3 ਵਜੇ ਤੱਕ ਲੋਕ ਆ ਕੇ ਇੱਥੇ ਆਪਣਾ ਕੰਮ ਨਹੀਂ ਕਰਨਗੇ। ਤੁਸੀਂ ਟੋਕੀਓ ਜਾਓ, ਟੋਕੀਓ ਤੁਸੀਂ 4 ਵਜੇ ਵੀ ਜਦੋਂ ਸੜਕ ਤੇ ਘੁੰਮ ਰਹੇ ਹੁੰਦੇ ਹੋ, ਤੁਸੀਂ ਦੇਖ ਰਹੇ ਹੁੰਦੇ ਹੋ ਕਿ ਬੰਦਾ ਆਫਿਸ 'ਚ ਬੈਠ ਕੇ ਆਪਣਾ ਕੰਮ ਕਰ ਰਿਹਾ ਹੁੰਦਾ ਸਾਹਿਬ। ਤੁਸੀਂ ਹੁਣ ਦਿੱਲੀ ਜਾਓ, ਬੰਬੇ ਜਾਓ, ਲੋਕੀ 2-2 ਵਜੇ ਤੱਕ ਆਪਣੇ ਆਫਿਸ ਤੋਂ ਬਾਹਰ ਜਾਂਦੇ ਨੇ, ਯੰਗਸਟਰਸ ਹੁੰਦੇ ਨੇ, ਆਪਣਾ ਖਾਣਾ ਖਾਂਦੇ ਨੇ ਰੈਸਟੋਰੈਂਟ 'ਚ ਤੇ ਘਰ ਚਲੇ ਜਾਂਦੇ ਨੇ, ਰੈਸਟੋਰੈਂਟ ਚੱਲਦੇ ਨੇ। ਇਹ ਸਿਸਟਮ, ਇਹ ਸਿਨੈਰੀਓ ਇੱਕ ਮੈਂ ਆਪਣੇ ਪਠਾਨਕੋਟ 'ਚ ਅਪਾਰਟ ਫਰੋਮ ਇੰਡਸਟਰੀਜ਼ ਕ੍ਰੀਏਟ ਕਰਨਾ ਚਾਹ ਰਿਹਾ, ਕਿਉਂਕਿ ਅਸੀਂ ਵਪਾਰੀਆਂ ਦਾ ਸ਼ਹਿਰ ਆ। ਮੇਰੇ ਵਪਾਰੀ ਸਾਥੀ ਬਹੁਤ ਸਾਥ ਦਿੰਦੇ ਨੇ ਮੇਰਾ, ਔਰ ਉਹਨਾਂ ਨੇ ਮੈਕਸਿਮਮ ਮੇਰੇ ਇੱਥੇ ਅਨਐਮਪਲੋਇਮੈਂਟ ਦਾ, ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਇੰਨਾ ਇਸ਼ੂ ਕਿਉਂ ਨਹੀਂ ਹੈ, ਕਿਉਂਕਿ ਮੇਰੇ ਇੱਥੇ ਵਪਾਰੀ ਬਹੁਤ ਨੇ ਤੇ ਮੈਂ ਆਪਣੇ ਸ਼ਹਿਰ ਨੂੰ ਉਹ ਸ਼ੇਪ ਦੇ ਰਿਹਾ, ਚਾਹੇ ਬੇਸਿਕ ਇਨਫਰਾਸਟ੍ਰਕਚਰ ਹੈ, ਚਾਹੇ ਸੇਫਟੀ ਹੈ, ਚਾਹੇ ਬ੍ਰਿਜਿਸ ਹੈ, ਚਾਹੇ ਕਲੀਨਲੀਨੈਸ ਹੈ, ਚਾਹੇ ਬਿਊਟੀਫਿਕੇਸ਼ਨ ਹੈ। ਉਹ ਟੋਟਲੀ ਰੀਵੈਂਪ ਕਰ ਰਿਹਾ ਮੈਂ ਆਪਣਾ ਸਿਟੀ, ਤਾਂ ਕਿ ਇੱਥੇ ਆ ਕੇ ਲੋਕ ਰਹਿਣ, ਇੱਥੇ ਸਾਡਾ ਵਪਾਰ ਵਧੇ, ਇੱਥੇ ਨਵੇਂ ਸ਼ੋਰੂਮ ਹਨ। ਮੈਂ ਆਉਂਦੇ ਹੀ ਸਭ ਤੋਂ ਪਹਿਲੇ ਫਲਾਈਟ ਚਲਵਾਈ ਸੀ ਜੀ, ਉਹਦੇ ਕਰਕੇ ਮੇਰੀ ਪੈਪਸੀ ਆ ਗਈ। ਹੁਣ ਇਹ ਸਾਰੀ ਚੀਜ਼ਾਂ ਕਰ ਰਿਹਾ ਮੈਂ। 5 ਸਾਲ ਅੱਗੇ ਜੇ ਮਿਲਦੇ ਨੇ, ਲੱਕੀਲੀ ਕਾਰਪੋਰੇਸ਼ਨ 3 ਸਾਲ ਮੇਰੇ ਕੋਲ ਅਨਫੋਰਚੂਨੇਟਲੀ ਨਹੀਂ ਸੀ, ਤੇ 3 ਸਾਲ ਬੀਜੇਪੀ ਕੋਲ ਕਾਰਪੋਰੇਸ਼ਨ ਸੀ, ਉਹਨਾਂ ਦਾ ਵਿਜ਼ਨ ਸੀ, ਨਹੀਂ ਸੀ, ਉਹ ਕੰਮ ਨਹੀਂ ਕਰ ਪਾਏ। ਮਗਰ ਮੈਂ ਹੁਣ ਇੱਥੇ ਬੈਠ ਕੇ ਆਪਣਾ ਕਾਰਪੋਰੇਸ਼ਨ ਮੈਨੂੰ ਲੋਕਾਂ ਨੇ ਜਿਤਾ ਕੇ ਦਿੱਤੀ ਹੈ, 4.5 ਸਾਲ ਸਾਡੇ ਕੋਲ ਹੈਗੇ ਨੇ। ਅਸੀਂ ਪ੍ਰੋਪਰ ਅਸਲ ਨਾਲ ਪੂਰਾ ਸ਼ਹਿਰ ਦਾ ਨਕਸ਼ਾ ਹੀ ਚੇਂਜ ਕਰ ਦਾਂਗੇ ਤਾਂ ਕਿ ਬਿਜ਼ਨਸ ਵਧੇ। ਨਾਲ ਉਹ 5 ਕੰਮਾਂ ਚੋਂ ਇੱਕ ਚੀਜ਼ ਮੇਰੀ ਰਹਿ ਗਈ ਭਾਈ ਸਾਹਿਬ। ਇੱਕ ਸਾਡੇ ਇੱਥੇ ਹਿੰਦੂ ਕੋਆਪਰੇਟਿਵ ਬੈਂਕ ਦਾ ਬਹੁਤ ਵੱਡਾ ਮੁੱਦਾ ਸੀ, 70,000 ਅਕਾਊਂਟ ਹੋਲਡਰ ਸੀ। ਮੈਂ ਆਪਣੇ ਲੋਕਾਂ ਦਾ, ਸਰਕਾਰ ਦਾ, ਸੀਐਮ ਸਾਹਿਬ ਦਾ, ਸੁਖੀ ਰੰਧਾਵਾ ਜੀ ਦਾ, ਮੇਰੇ ਕਾਰਪੋਰੇਟ ਮਿਨਿਸਟਰ ਸੀ, ਸਾਰੇ ਅਫਸਰ ਸਾਹਿਬਾਨਾਂ ਦਾ ਦਿਲੋਂ ਸ਼ੁਕਰੀਆ ਕਰਨਾ ਜੀ। 70,000 ਲੋਕਾਂ ਦੇ ਪੈਸੇ ਫਸੇ ਦੇ ਸੀ, ਲੋਕੀ ਸੁਸਾਈਡ ਦੀ ਕਰਾਰ ਤੇ ਪਹੁੰਚ ਗਏ ਦੇ ਸੀ। ਮੈਂ ਪਹਿਲਾ ਸਾਡਾ ਬੈਂਕ ਹੋਏਗਾ ਹਿੰਦੂ ਕੋਆਪਰੇਟਿਵ ਬੈਂਕ ਜਿਹਦੇ ਤੋਂ ਡਾਇਰੈਕਸ਼ਨ ਉਤਰੀਆਂ, ਉਹਦੇ ਵਿੱਚ ਮੈਂ ਕੋਈ 100 ਕਰੋੜ ਰੁਪਇਆ ਸੀ, 80-90 ਕਰੋੜ ਰੁਪਇਆ ਲੋਕਾਂ ਕੋਲੋਂ ਰਿਕਵਰ ਕੀਤਾ। ਔਰ ਉਹਦੇ ਵਿੱਚ ਕਈ ਲੋਕ ਨਾਰਾਜ਼ ਵੀ ਹੋਏ, ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਮਾਈਨਿੰਗ 'ਚ ਮੇਰੇ ਨਾਲ 3-4 ਲੋਕ ਨਾਰਾਜ਼ ਹੋ ਕੇ ਛੱਡ ਕੇ ਚਲੇ ਗਏ, ਕੋਈ ਪ੍ਰੋਬਲਮ ਨਹੀਂ, ਗਲਤ ਕੰਮ ਨਹੀਂ ਹੋਣ ਦਾਂਗਾ। ਹਿੰਦੂ ਕੋਆਪਰੇਟਿਵ ਬੈਂਕ ਦੇ ਚੱਕਰ 'ਚ ਪੈਸਾ ਤੇ ਲੋਕਾਂ ਕੋਲੋਂ ਕਢਵਾ ਕੇ ਨਿਕਲਣਾ ਹੀ ਨਾ, ਤੇ ਮੈਂ ਕੋਈ ਪਾਰਟੀਬਾਜ਼ੀ ਨਹੀਂ ਦੇਖੀ, ਕੋਈ ਲੋਕ ਨਹੀਂ ਦੇਖੇ। ਮੇਰਾ ਕਿਸੇ ਦਾ 10 ਕਰੋੜ ਬੰਦਾ ਸੀ, 10 ਕਰੋੜ ਕਰਾਇਆ, ਕਿਸੇ ਦਾ 8 ਕਰੋੜ ਸੀ, 8 ਕਰੋੜ ਕਰਾਇਆ। ਮੈਂ ਆਪਣਾ ਰਿਲੇਸ਼ਨ, ਆਪਣੀ ਸਾਰੀ ਚੀਜ਼ਾਂ ਸਾਈਡ ਤੇ ਰੱਖ ਕੇ ਸਿਰਫ ਉਹ 69,000 ਅਕਾਊਂਟ ਹੋਲਡਰਾਂ ਨੂੰ ਦੇਖਿਆ। ਇੱਕ ਇਹ ਕੰਮ ਸਾਡਾ ਬਹੁਤ ਵਧੀਆ ਹੋਇਆ ਸੀ ਜੀ। ਸੀਐਮ ਚੰਨੀ ਬਾਰੇ ਤੇ ਸਿੱਧੂ ਬਾਰੇ, ਜਾਖੜ ਬਾਰੇ ਚਰਚਾ ਚੱਲਦੀ ਹੈ, ਕੌਣ ਹੋਵੇ ਕਾਂਗਰਸ ਦਾ ਚਿਹਰਾ। ਤੁਹਾਡੇ ਕਈ ਐਮਐਲਏ ਨੇ ਕਿਹਾ ਸੀਐਮ ਚੰਨੀ ਹੋਣ, ਰਾਣਾ ਗੁਰਜੀਤ ਨੇ ਕਹਿਤਾ, ਦਲਿਤ ਬਾਜਵਾ ਨੇ ਕਹਿਤਾ, ਤੁਹਾਨੂੰ ਕੀ ਲੱਗਦਾ? ਦੇਖੋ ਇਹ ਹਾਈ ਕਮਾਂਡ ਦੇ ਡਿਸੀਜਨ ਹੈ, ਮਗਰ ਮੈਂ ਇੱਕ ਸਿੱਧੂ ਜੀ ਦੀ ਵੀ ਗੱਲ ਕਰਾਂਗਾ, ਸੀਐਮ ਸਾਹਿਬ ਦੀ ਵੀ ਗੱਲ ਕਰਾਂਗਾ, ਜਾਖੜ ਸਾਹਿਬ ਦੀ ਵੀ। ਤਿੰਨੋਂ ਬੜੇ ਲੀਡਰ ਨੇ, ਵੱਡੇ ਲੀਡਰ ਨੇ। ਪਰ ਸੀਐਮ ਚੰਨੀ ਜੀ ਨੇ ਵੀ ਜੋ ਪਿਛਲੇ 111 ਦਿਨ 'ਚ ਕੰਮ ਕੀਤਾ ਸਭ, ਮੈਂ ਉਹ ਜੋ ਜਨ ਸੇਵਾ ਕੈਂਪ 'ਚ ਸਿੱਖਿਆ ਨਾ, ਔਰ ਜੋ ਤਕਲੀਫਾਂ ਸੀ, ਚਾਹੇ 2 ਕਿਲੋਵਾਟ ਦੇ ਬਿੱਲ ਦੀ ਦਿੱਕਤ ਸੀ, ਚਾਹੇ 7 ਕਿਲੋਵਾਟ ਦੇ ਥੱਲੇ 3 ਰੁਪਏ ਮਾਫ ਕੀਤੇ, ਗਰੀਬ ਨੂੰ ਪਹਿਲੀ ਵਾਰੀ ਤਾਕਤ ਮਿਲੀ ਹੈ, ਚਾਹੇ GST ਮਾਫ ਕੀਤਾ, ਮੇਰਾ ਵਪਾਰੀਆਂ ਦਾ ਸ਼ਹਿਰ ਹੈ, ਚਾਹੇ ਪਾਣੀ ਦੇ ਬਿੱਲ, ਟਿਊਬਵੈਲਾਂ ਦੇ ਕਨੈਕਸ਼ਨ ਪਰਮਾਨੈਂਟ, ਪਿੰਡਾਂ ਤੋਂ ਲੋਕਾਂ ਨੂੰ ਮੁਸੀਬਤਾਂ ਖਤਮ ਕਰ ਦਿੱਤੀਆਂ, ਫਿਰ ਰੈਗੂਲਰਾਈਜੇਸ਼ਨ ਕੀਤੀ, ਫਿਰ 36 ਚੀਜ਼ਾਂ ਕੀਤੀਆਂ ਯੂਥ ਵਾਸਤੇ, ਉਹ ਪੜ੍ਹ ਕੇ ਬਾਹਰ ਜਾ ਸਕਣ। ਸਿੱਧੂ ਜੀ ਦਾ ਆਪਣਾ ਵਿਜ਼ਨ ਹੈ। ਇਹ ਜੋ ਟੀਮ ਹੁਣ ਬਣੀ ਹੈ ਔਰ ਜੋ ਕੰਮ ਕਰ ਰਹੀ ਹੈ, ਮੈਂ ਐਗਜ਼ੈਕਟਲੀ ਤੁਹਾਨੂੰ ਦੱਸ ਰਿਹਾ ਕਿ ਇੱਕ ਤੇ ਹੁੰਦਾ ਓਵਰਆਲ ਡਿਵੈਲਪਮੈਂਟ ਆਫ ਐਨ ਏਰੀਆ, ਪ੍ਰੋਵਾਈਡਡ ਉਹ ਡਿਵੈਲਪਮੈਂਟ ਤਦ ਕੰਮ ਆਉਂਦੀ ਹੈ ਜਦੋਂ ਗ੍ਰਾਸ ਰੂਟ ਦੇ ਜਿਹੜੇ ਲੋਕ ਰਹਿੰਦੇ ਨੇ, ਜਿਨ੍ਹਾਂ ਵਾਸਤੇ ਅਸੀਂ ਕਰ ਰਹੇ ਹਾਂ, ਉਹਨਾਂ ਨੂੰ ਤਾਕਤ ਮਿਲੇ। ਤੇ ਉਹ ਤਾਕਤ 111 ਦਿਨਾਂ 'ਚ ਗਰੀਬ ਆਦਮੀ ਨੂੰ, ਮਿਡਲ ਕਲਾਸ, ਲੋਅਰ ਮਿਡਲ ਕਲਾਸ, ਹਾਈ ਕਲਾਸ, ਹਰ ਲੈਵਲ ਨੂੰ ਟੱਚ ਕਰਕੇ ਜੋ ਇਹ ਟੀਮ ਨੇ ਕੰਮ ਕੀਤਾ ਹੈ, ਇਹ ਬਹੁਤ ਹੀ ਜ਼ਿਆਦਾ ਕਾਬਲੇ ਤਾਰੀਫ ਹੈ। ਔਰ ਮੈਨੂੰ ਲੱਗਦਾ ਹੈ ਕਿ ਇਸ ਟੀਮ ਨੂੰ ਲੋਕ ਮੌਕਾ ਜ਼ਰੂਰ ਦੇਣਗੇ। ਇੱਥੇ ਕਹਿੰਦੇ ਆਰਐਸਐਸ ਦਾ ਕੰਮ ਬਹੁਤ ਆ ਪਠਾਨਕੋਟ ਏਰੀਏ 'ਚ, ਪੂਰੇ ਇਸ ਏਰੀਏ 'ਚ ਆਰਐਸਐਸ ਦਾ ਕੰਮ ਆ। ਬੀਜੇਪੀ ਪ੍ਰਧਾਨ ਮੰਤਰੀ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪੇਸ਼ ਕਰਦੀ ਹੈ, ਤੇ ਕਾਂਗਰਸ ਨੂੰ ਐ ਪੇਸ਼ ਕੀਤਾ ਜਾਂਦਾ ਦੇਸ਼ 'ਚ ਹੀ ਕਾਂਗਰਸ ਤੇ ਜਿਵੇਂ ਸੈਕੂਲਰਿਜ਼ਮ ਹੋਣਾ ਕੋਈ ਗੁਨਾਹ ਹੈਗਾ, ਕਾਂਗਰਸ ਨੂੰ ਐ ਪੇਸ਼ ਕੀਤਾ ਜਾਂਦਾ ਵੀ ਕਾਂਗਰਸ ਜਿਵੇਂ ਐਂਟੀ ਹਿੰਦੂ ਪਾਰਟੀ ਹੈ। ਉਹਦਾ ਨੁਕਸਾਨ ਤੁਹਾਨੂੰ ਹੋ ਸਕਦਾ ਇੱਥੇ, ਉਹਦਾ ਕੀ ਤੁਸੀਂ ਕਿਵੇਂ ਦੇਖ ਲਿਓ ਇਸ ਹਲਕੇ 'ਚ? ਮੈਂ ਹਿੰਦੂ ਨਹੀਂ, ਤੇ ਉਹ ਮੈਨੂੰ ਲੱਗਦਾ ਕਿ ਜੋ ਵੀ ਬੰਦਾ ਜਾਤ ਪਾਤ ਧਰਮ ਰਿਲੀਜਨ ਤੇ ਕਿਸੇ ਨੂੰ ਡਿਵਾਈਡ ਕਰੇਗਾ, ਉਹ ਪਾਕਿਸਤਾਨ ਬਣ ਜਾਏਗਾ, ਉਹ ਅਫਗਾਨਿਸਤਾਨ ਬਣ ਜਾਏਗਾ। ਤੁਸੀਂ ਪਾਕਿਸਤਾਨ ਦੀ ਹਾਲਤ ਦੇਖੋ ਜਾ ਕੇ ਕੀ ਹੈ, ਤੁਸੀਂ ਅਫਗਾਨਿਸਤਾਨ ਦੀ ਹਾਲਤ ਦੇਖੋ ਜਾ ਕੇ ਕੀ ਹੈ, ਤੁਸੀਂ ਹੁਣ ਇੱਕ ਸੈਕੂਲਰ ਦੇਸ਼ ਨੂੰ ਜਾ ਕੇ ਦੇਖੋ,
ਤੁਸੀਂ ਉਹ ਬਣਨਾ ਹੈ ਜਾਂ ਤੁਸੀਂ ਅਫਗਾਨਿਸਤਾਨ ਬਣਨਾ ਹੈ ਜਾਂ ਪਾਕਿਸਤਾਨ ਬਣਨਾ ਹੈ, ਉਹ ਲੋਕਾਂ ਦੀ ਚੋਇਸ ਹੈ ਔਰ ਲੋਕਾਂ ਦੀ ਚੋਇਸ ਹਮੇਸ਼ਾ ਸਹੀ ਰਹਿੰਦੀ ਹੈ। ਬੰਗਾਲ ਦਾ ਰਿਜ਼ਲਟ ਆਇਆ, ਤੁਸੀਂ ਦੇਖਿਆ ਨਹੀਂ। ਹੁਣ ਸਾਡੇ ਪੰਜਾਬ ਵਿੱਚ ਮੈਂ ਤੁਹਾਨੂੰ ਕਿਸਾਨਾਂ ਦੀ ਜੇ ਗੱਲ ਕਰਾਂ, ਜਿਹੜੇ ਲੋਕ ਇਹੀ ਨਹੀਂ ਸਮਝ ਪਾਏ ਕਿ ਇਹ ਬਿੱਲ ਸਾਡੇ ਪੰਜਾਬ ਦੇ ਕਿਸਾਨਾਂ ਦੇ ਹਿੱਤ 'ਚ ਹੈ ਜਾਂ ਨਹੀਂ ਹੈ, ਜਿਹੜੇ ਇੱਥੋਂ ਦੀ ਨੁਮਾਇੰਦਗੀ ਕਰਦੇ ਰਹੇ ਨੇ ਪਠਾਨਕੋਟ ਤੋਂ, ਉਹੀ ਨਹੀਂ ਸਮਝ ਪਾਏ ਕਿ ਇਹ ਅਸ਼ਵਨੀ ਜੀ, ਮੈਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਇੱਕ ਵਾਰੀ ਮੀਡੀਆ ਦੇ ਥਰੂ, ਕਿਸਾਨਾਂ ਦੇ ਬਿੱਲਾਂ ਦੀ ਗੱਲ ਆਈ, ਕਿਸਾਨਾਂ ਦੀ ਗੱਲ ਨਹੀਂ ਹੈ, ਕਿਸਾਨ ਦੀ ਕੋਈ ਜਾਤ ਨਹੀਂ ਹੈ ਸਾਹਿਬ। ਕਿਸਾਨ ਨਾਲ ਫੌਜ ਵੀ ਜੁੜੀ ਦੀ, ਅਸੀਂ ਵੀ ਜੁੜੇ ਦੇ ਹਾਂ, ਵਪਾਰੀ ਵੀ ਜੁੜੇ ਦੇ। ਮੇਰਾ ਜਿੰਨਾ ਵਪਾਰ ਚੱਲਦਾ ਪਠਾਨਕੋਟ ਦੇ ਬਾਹਰੋਂ ਸਾਰੇ ਕਿਸਾਨ ਆ ਕੇ ਸਾਡੇ ਇੱਥੇ ਸਮਾਨ ਖਰੀਦ ਕੇ ਜਾਂਦੇ ਨੇ। ਤੁਸੀਂ ਬਿੱਲਾਂ ਦੇ ਫੇਵਰ ਵਿੱਚ ਇੱਥੇ ਬੈਠ ਰਹੇ ਹੋ, ਬਿੱਲਾਂ ਦੇ ਫੇਵਰ 'ਚ ਟਰੈਕਟਰ ਰੈਲੀ ਲਗਾ ਰਹੇ ਹੋ, ਸਭ ਕੁਝ ਕਰ ਰਹੇ ਹੋ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਸਮਝ ਹੀ ਨਹੀਂ ਪਾਏ। ਤੇ ਜੇ ਤੁਸੀਂ ਪੰਜਾਬ ਨੂੰ ਹੀ ਨਹੀਂ ਸਮਝ ਪਾਏ ਕਿ ਪੰਜਾਬ ਕੀ ਹੈ, ਤੇ ਉਹਦੇ ਵਿੱਚ ਫਿਰ ਤੁਸੀਂ, ਮੈਨੂੰ ਲੱਗਦਾ ਕਿ ਲੋਕੀ ਵੀ ਨਹੀਂ ਤੁਹਾਨੂੰ ਸਮਝ ਪਾਣਗੇ। ਕਹਿੰਦੇ ਹਿੰਦੂ ਪੋਲਰਾਈਜੇਸ਼ਨ ਦੀ ਗੱਲ ਚੱਲਦੀ ਹੈ ਵੀ ਬੀਜੇਪੀ ਹਿੰਦੂ ਪੋਲਰਾਈਜੇਸ਼ਨ। ਸਰ ਅਸੀਂ ਹਿੰਦੂ ਨਹੀਂ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਰ, ਛੋਟੀ ਜੀ ਇੱਕ ਬੜੀ ਬੇਸਿਕ ਜਿਹੀ ਗੱਲ ਕਰਨਾ ਜੀ। ਸਭ ਤੋਂ ਪਹਿਲੇ ਪਰਮਾਤਮਾ ਨੇ ਨਾ ਪੇਟ ਲਾ ਕੇ ਭੇਜੇ ਦਾ, ਤੇ ਪਰਮਾਤਮਾ ਨੇ ਬੱਚੇ ਦਿੱਤੇ ਦੇ ਨੇ, ਪਰਮਾਤਮਾ ਨੇ ਮਾਪਿਓ ਦਿੱਤੇ ਦੇ ਨੇ, ਪਰਮਾਤਮਾ ਨੇ ਬਜ਼ੁਰਗ ਦਿੱਤੇ ਨੇ, ਪਰਮਾਤਮਾ ਨੇ ਦੇਸ਼ ਦਿੱਤੇ ਦਾ। ਮੈਂ ਇੱਕ ਗੱਲ ਨੂੰ ਬੜਾ ਕਲੀਅਰਲੀ ਮੰਨਣਾ ਜੀ, ਦੇਸ਼ ਪਹਿਲੇ। ਚੰਨੀ ਸਾਹਿਬ ਆਏ ਸੀ, ਉਦੋਂ ਵੀ ਮੈਂ ਸਟੇਜ ਤੇ ਬੋਲਿਆ, ਦੇਸ਼ ਪਹਿਲੇ, ਫਿਰ ਸੂਬਾ, ਫਿਰ ਤੁਹਾਡਾ ਇਲਾਕਾ, ਫਿਰ ਤੁਹਾਡੀ ਪਾਰਟੀ। ਜਿਸ ਨੇ ਪਾਰਟੀ ਨੂੰ ਪਹਿਲੇ ਰੱਖਿਆ ਜੀ, ਉਹ ਕਿਸੇ ਦਾ ਨਹੀਂ ਹੈ। ਤੇ ਮੈਨੂੰ ਲੱਗਦਾ ਕਿ ਸਾਡੇ ਲੋਕਲ ਬੀਜੇਪੀ ਰਿਪਰੈਜ਼ੈਂਟੇਸ਼ਨ ਨੇ ਪਾਰਟੀ ਨੂੰ ਅੱਗੇ ਰੱਖਿਆ, ਔਰ ਪਾਰਟੀ ਦੇ ਲੀਡਰਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪਣੇ ਦੇਸ਼ ਨੂੰ ਵੀ ਪਿੱਛੇ ਪਾਇਆ, ਆਪਣੇ ਸੂਬੇ ਨੂੰ ਵੀ ਪਿੱਛੇ ਪਾਇਆ, ਤੇ ਆਪਣੇ ਇਲਾਕੇ ਨੂੰ ਵੀ ਪਿੱਛੇ ਪਾਇਆ। ਦੂਸਰਾ, ਮੈਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਾਂਗਾ ਜੀ। ਅੱਜ ਆਮ ਆਦਮੀ ਪਾਰਟੀ ਨੂੰ ਵੀ ਬਿਲਕੁਲ ਸਮਝ ਨਹੀਂ ਹੈ। ਪਹਿਲੇ ਤੇ 4.5 ਸਾਲ ਤੁਸੀਂ ਟੋਟਲੀ ਗਾਇਬ ਰਹੇ ਪੰਜਾਬ ਤੋਂ, ਕੋਈ ਆਪੋਜੀਸ਼ਨ ਨਹੀਂ, ਕੋਈ ਡਿਸਕਸ਼ਨ ਨਹੀਂ। ਕਰੋਨਾ ਆਇਆ, ਕੋਈ ਲੀਡਰ ਨਹੀਂ ਲੱਭਿਆ ਜੀ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੀ ਸੀ ਜਿਨ੍ਹਾਂ ਨੇ ਕਿਸਾਨਾਂ ਦਾ ਬਿੱਲ ਪਾਰਿਤ ਕੀਤਾ ਆਪਣੇ ਵਿਧਾਨ ਸਭਾ 'ਚ। ਇਹਦਾ ਮਤਲਬ ਉਹਨਾਂ ਨੂੰ ਸਮਝ ਹੀ ਨਹੀਂ ਸੀ, ਤਾਂ ਹੀ ਕਿਸਾਨਾਂ ਦਾ ਟਾਈਪ ਵੀ ਨਹੀਂ ਇਹਨਾਂ ਦਾ ਹੋ ਪਾਇਆ। ਹੁਣ 36 ਚੀਜ਼ਾਂ ਕਹਿੰਦੇ ਨੇ ਕਿ ਇਹ ਕਰਾਂਗੇ, ਉਹ ਕਰਾਂਗੇ। ਚੰਨੀ ਜੀ ਨੇ 7 ਕਿਲੋਵਾਟ ਦਾ ਕਰਤਾ, 2 ਕਿਲੋਵਾਟ ਦਾ ਕਰਤਾ, ਕਰਕੇ ਦੱਸਤਾ, ਕਿਉਂਕਿ ਜ਼ਮੀਨ ਨਾਲ ਜੁੜੇ ਦੇ ਹੀ। ਤੁਸੀਂ ਹਜ਼ਾਰ ਕਰਦੇ ਹੋ, ਤੁਸੀਂ ਦਿੱਲੀ ਦਿੱਤਾ? ਤੁਸੀਂ ਦਿੱਲੀ ਦਿੱਤਾ ਨਹੀਂ। 7 ਸਾਲ ਤੋਂ ਤੁਸੀਂ ਉੱਥੇ ਹੋ, ਦਿੱਲੀ ਦਿੱਤਾ ਨਹੀਂ, ਤੇ ਇੱਥੇ ਕਿਸ ਤਰ੍ਹਾਂ ਕਰ ਰਹੇ ਹੋ? ਤੇ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜੇ ਕੋਈ ਸਮਝਦਾ, ਉਹ ਕਾਂਗਰਸ ਪਾਰਟੀ, ਕਾਂਗਰਸ ਦੇ ਲੀਡਰ ਪੰਜਾਬ ਨੂੰ ਸਮਝਦੇ ਨੇ, ਤੇ ਪੰਜਾਬ ਦਾ ਭਵਿੱਖ ਜੇ ਪੂਰਾ ਸੇਫ ਹੈ, ਉਹ ਇਹਨਾਂ ਦੇ ਪੰਜਾਬ ਦੇ ਆਪਣਾ ਕਾਂਗਰਸ ਦੇ ਹੱਥ ਵਿੱਚ ਹੈ। ਜੀ ਜੀ, ਧੰਨਵਾਦ ਜੀ ਤੁਹਾਡਾ। ਥੈਂਕ ਯੂ। ਇਹ ਸਨ ਅਮਿਤ ਵਿਜ, ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੇ ਇਸ ਹਲਕੇ 'ਚ ਬਹੁਤ ਸਾਰਾ ਕੰਮ ਕੀਤਾ, ਜਿਸ ਕੰਮ ਦੇ ਨਾਲ ਉਹ ਅੱਗੇ ਲੋਕਾਂ ਨੂੰ ਜੋੜਨਗੇ। ਉਹਨਾਂ ਦਾ ਕਹਿਣਾ ਹਲਕੇ 'ਚ ਅੱਗੇ ਲੋਕ ਉਹਨਾਂ ਨੂੰ ਰਿਸਪੌਂਸ ਕਰਨਗੇ।